ਫਿਰ ਹੁਣ ਅਗਲੇ ਪੈਸੇਜ ਦੀ ਡਿਸਕਸ਼ਨ ਸਟਾਰਟ ਕਰਦੇ ਹਾਂ। ਟਰੂ ਫਾਲਸ ਨਾਟ ਗਿਵਨ ਦ ਵਾਈਟ ਹਾਰਸ ਆਫ ਯੂਫਿੰਗਟਨ। ਆਪਾਂ ਕਰ ਰਹੇ ਹਾਂ ਬੁੱਕ 16, ਤੁਹਾਨੂੰ ਯਾਦ ਹੋਣਾ ਚਾਹੀਦਾ। ਮੈਂ ਤੁਹਾਨੂੰ ਟਿਪਸ ਐਂਡ ਟ੍ਰਿਕਸ ਆਲਰੇਡੀ ਦੱਸਦਾ ਪਿਆ ਕਿ ਕੀ ਹੁੰਦੇ ਨੇ, ਅੱਗੇ ਜਾ ਕੇ ਫਿਰ ਦੁਬਾਰਾ ਤੋਂ ਰਿਪੀਟ ਕਰਾਂਗਾ, ਲੇਕਿਨ ਫਿਲਹਾਲ ਤੁਸੀਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਮੇਰੇ ਨਾਲ ਅਗਲੇ ਕੁਐਸਚਨਸ ਕਰੋਗੇ। ਮੋਸਟ ਜਿਓਗਲਿਫਸ in England are located in particular area of the country. Particular area most strong keyword ने कि ज़्यादातर ਜਿਹੜੇ geoglyphs ਨੇ ਕਿਸੇ ਖਾਸ ਜਗ੍ਹਾ ਦੇ ਉੱਪਰ ਨੇ। most ਇੱਥੇ strong keyword ਆ ਜਿਹਦਾ ਜ਼ਿਆਦਾਤਰ ਇੱਕੋ ਹੀ ਏਰੀਆ 'ਚ, ਜ਼ਿਆਦਾਤਰ ਲਈ ਕੋਈ ਨਾ ਕੋਈ ਇਹਨੂੰ ਵਰਡ ਇੱਦਾਂ ਦਾ ਯੂਜ਼ ਕਰਨਾ ਪੈਣਾ, ਨਹੀਂ ਤਾਂ 50% ਪਲੱਸ ਲਈ ਆਪਾਂ ਯੂਜ਼ ਕਰਦੇ ਹਾਂ। ਧਿਆਨ ਰੱਖਿਓ, ਅਗਰ ਮੈਨੀ ਲਿਖਿਆ ਹੁੰਦਾ ਉਹ ਮੋਸਟ ਦਾ ਸਿਨੋਨਿਮ ਨਹੀਂ ਹੁੰਦਾ। ਜ਼ਿਆਦਾਤਰ ਸਟੂਡੈਂਟ ਇਹ ਗਲਤੀ ਕਰਦੇ ਆ। ਅੱਗੇ ਜਦੋਂ ਇੱਦਾਂ ਦਾ ਕੋਈ ਕੁਐਸਚਨ ਆਊਗਾ ਮੈਂ ਹੋਰ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ। ਫਿਲਹਾਲ ਜ਼ਿਆਦਾਤਰ ਇੱਕੋ ਲੋਕੇਸ਼ਨ 'ਚ ਨੇ, ਟਰੂ ਨਹੀਂ ਉਹ ਫੈਲੇ ਹੋਏ ਨੇ ਤਾਂ ਫਾਲਸ। ਅਗਰ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਤਾਂ ਆਨਸਰ ਹੋਏਗਾ ਨਾਟ ਗਿਵਨ। ਪਹਿਲਾ ਕੁਐਸਚਨ ਆ, ਪਹਿਲੇ ਪੈਰਾਗ੍ਰਾਫ ਦੇ ਵਿੱਚ ਫਿਗਰਸ ਦੀ ਗੱਲ ਸੀਗੀ, ਆਪਾਂ ਨੂੰ ਮਿਲ ਗਿਆ। ਜਿਓਗਲਿਫਸ ਦੀ ਗੱਲ ਹੋ ਰਹੀ ਨੇ। देयर आर 56 हिल फिगर्स scattered around England। ਇੰਗਲੈਂਡ ਦੇ ਵਿੱਚ ਫੈਲੇ ਹੋਏ ਨੇ, ਲੇਕਿਨ ਅਜੇ ਫੁੱਲ ਸਟਾਪ ਨਹੀਂ ਆਇਆ। with the vast majority on the chalk downlands of the country's southern counties। मतलब ਬਹੁਤ ਸਾਰੀਆਂ ਨੇ, 56 ਨੇ ਪੂਰੇ ਇੰਗਲੈਂਡ ਦੇ ਵਿੱਚ ਨੇ, ਲੇਕਿਨ ਇਹਨਾਂ ਵਿੱਚੋਂ ਵਾਸਟ ਮੈਜੋਰਿਟੀ ਉਧਰ ਯੂਜ਼ ਕੀਤਾ ਸੀ ਉਹਨੇ ਮੋਸਟ ਸਿਨੋਨਿਮ ਹੋ ਗਿਆ। ਉਹ ਜ਼ਿਆਦਾਤਰ ਕਿੱਥੇ ਨੇ? ਇਹ ਸਦਰਨ ਕਾਉਂਟੀਜ਼ 'ਚ ਨੇ। ਇਹਦਾ ਮਤਲਬ ਕਿਸੇ ਖਾਸ ਏਰੀਆ ਦੇ ਵਿੱਚ ਜ਼ਿਆਦਾਤਰ ਹੈਗੀਆਂ ਨੇ। ਆਨਸਰ ਇਜ਼ ਟਰੂ। There are more geoglyphs in the shape of a horse than any other creature। Than ਦੇ ਲਈ ਸਾਡਾ ਇੱਕ ਬਹੁਤ ਹੀ ਇੰਪੋਰਟੈਂਟ ਟ੍ਰਿਕ ਆ। Than ਦਾ ਮਤਲਬ chances of not given ਬਹੁਤ ਜ਼ਿਆਦਾ ਨੇ। ਹੁਣ ਅਸੀਂ ਇਹ ਦੇਖਣਾ ਕਿ ਉਹਨਾਂ ਦੀ ਜਿਹੜੇ ਬਣਾਏ ਹੋਏ ਨੇ ਡਿਜ਼ਾਈਨ, ਉਹਨਾਂ ਦਾ ਸ਼ੇਪ ਕੀ ਹੈ। ਕਹਿੰਦਾ ਜੇ ਸ਼ੇਪ ਵਾਈਜ਼ ਚੱਲੀਏ ਤਾਂ ਸ਼ੇਪ ਆਫ ਹਾਰਸ ਬਾਕੀਆਂ ਮੁਕਾਬਲੇ ਜ਼ਿਆਦਾ। ਲੈਟਸ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਨਹੀਂ। ਹਾਰਸ ਇੱਕ ਬਹੁਤ ਸਟਰੋਂਗ ਕੀਵਰਡ ਆ, ਇੱਧਰ ਆ ਗਿਆ। The figures includes giant horses, crosses and regimental badges। Although the majority of these date, ਹੁਣ ਉਹਨੇ ਟਾਈਮ ਦੇ ਹਿਸਾਬ ਨਾਲ ਦੱਸਤਾ। ਸੋ ਉਹਨੇ ਦੱਸਿਆ ਕਿ ਇਹਨਾਂ ਦੇ ਸ਼ੇਪਸ ਕਿਹੜੇ ਕਿਹੜੇ ਹੋ ਸਕਦੇ ਨੇ, ਕੌਮਾ ਪਾ ਕੇ ਉਹਨੇ ਦੱਸ ਦਿੱਤਾ, ਲੇਕਿਨ ਇੱਥੋਂ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹਦਾ ਨੰਬਰ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਜਾਂ ਘੱਟ ਹੈਗਾ। ਸੋ for that reason your answer is as far as the trick is concerned not given। ਤੇ information ਨੂੰ ਵੀ ਦੇਖ ਕੇ ਨਿਕਲਿਆ not given because ਇੰਨੀ information ਤੋਂ ਅਸੀਂ ਨਹੀਂ ਦੱਸ ਸਕਦੇ ਕਿ horses ਬਾਕੀਆਂ ਦੇ ਮੁਕਾਬਲੇ ਜ਼ਿਆਦਾ। next is a recent dating of the Uffington white horse indicates that people were mistaken about its age। मतलब ਕਹਿੰਦਾ ਇੱਕ ਨਵਾਂ recent dating मतलब ਕਿਸੇ ਚੀਜ਼ ਨੂੰ ਡੇਟ ਦੇਣਾ। ਕਹਿੰਦਾ ਡੇਟਿੰਗ ਦਾ ਜਿਹੜਾ ਤਰੀਕਾ ਲੱਭਿਆ ਨਾ ਉਹਨਾਂ ਨੇ ਇਹਨੂੰ ਚੀਜ਼ ਨੂੰ ਡੇਟ ਕਰਨ ਦਾ, ਵੀ ਕਿੰਨੇ 100 ਸਾਲ ਪੁਰਾਣੇ ਹੋਣਗੇ ਜਾਂ ਨਹੀਂ, ਉਹ ਇਹ ਇੰਡੀਕੇਟ ਕਰਦਾ ਕਿ ਲੋਕਾਂ ਨੂੰ ਇਹਨਾਂ ਬਾਰੇ ਗਲਤਫਹਿਮੀ ਸੀ। ਵਰ ਮਿਸਟੇਕਨ ਅਬਾਊਟ ਇਟਸ ਏਜ, ਮਤਲਬ ਇਹਨਾਂ ਦੇ ਹਿਸਾਬ ਨਾਲ ਏਜ ਇੰਨੀ ਹੋਣੀ ਚਾਹੀਦੀ ਸੀ, ਬਟ ਰੀਸੈਂਟ ਡੇਟਿੰਗ ਤੋਂ ਪਤਾ ਲੱਗਾ ਕਿ ਏਜ ਆ ਜਿਹੜੀ ਉਹ ਡਿਫਰੈਂਟ ਆ। ਆਓ ਦੇਖੀਏ ਸਾਨੂੰ ਇਸ ਰਿਲੇਟਡ ਇਨਫੋਰਮੇਸ਼ਨ ਕੀ ਮਿਲਦਾ। ਦੇਖੋ ਰੀਡੇਟ ਬਹੁਤ ਸਟਰੋਂਗ ਕੀਵਰਡ ਆ ਗਿਆ। ਰੀਸੈਂਟ ਡੇਟਿੰਗ ਇੱਥੇ ਆ ਗਿਆ ਰੀਡੇਟ। ਮੈਂ ਸੈਕਿੰਡ ਪੈਰਾਗ੍ਰਾਫ, ਕਿਉਂਕਿ ਪਹਿਲੇ ਪੈਰਾਗ੍ਰਾਫ ਦੀਆਂ ਆਪਾਂ ਜ਼ਿਆਦਾਤਰ ਲਾਈਨ ਪੜ੍ਹ ਚੁੱਕੇ ਹਾਂ। ਦ ਵਾਈਟ ਹਾਰਸ ਹੈਜ਼ ਰੀਸੈਂਟਲੀ ਬੀਨ ਰੀਡੇਟਡ। ਇਹਨੂੰ ਥੋੜੇ ਹੀ ਪਹਿਲਾਂ ਟਾਈਮ ਰੀਡੇਟ ਕੀਤਾ ਗਿਆ and shown to be even older than its previously assigned ancient pre-Roman Iron Age date। ਇੰਨਾ ਪੜ੍ਹਨ ਦੀ ਲੋੜ ਹੀ ਨਹੀਂ ਆ ਕਿਉਂਕਿ ਬਹੁਤ ਕਲੀਅਰਲੀ ਸਾਫ਼ ਸਮਝ ਆ ਰਿਹਾ। ਇੱਧਰ ਉਹ ਕੁਐਸਚਨ 'ਚ ਵੀ ਕੀ ਕਹਿ ਰਿਹਾ ਸੀਗਾ, ਉਹਦੀ ਏਜ ਬਾਰੇ ਲੋਕਾਂ ਨੂੰ ਮਿਸ ਬਿਲੀਫ ਸੀਗਾ। ਇੱਧਰ ਵੀ ਇਹੀ ਪਤਾ ਲੱਗਾ ਕਿ ਰੀਡੇਟ ਕਰਨ ਤੋਂ ਬਾਅਦ ਪਤਾ ਲੱਗਾ ਕਿ ਹੋਰ ਵੀ ਜ਼ਿਆਦਾ ਪੁਰਾਣੇ ਨੇ। ਸੋ ਦੀ ਆਨਸਰ ਇਜ਼ ਟਰੂ, ਕਿਉਂਕਿ ਦੋਨੋਂ ਗੱਲਾਂ ਮੈਚ ਕਰਦੀਆਂ ਨੇ। ਹਿਸਟੋਰੀਅਨਸ ਹੈਵ come to an agreement। मतलब जो पास्ट बारे दसदे ने हिस्टोरीयंस हो गए, एक्सप्लोर करते हैं एक्सप्लोरर हो गए, इन्वायरमेंट वाले इन्वायरमेंटलिस्ट हो गए। तो वैसे नोटिस करके देखियो जो भी क्वेश्चन आएंगे रिसर्चर्स की गल होएगी, इन्हां दी गल होएगी, इन्हां दी आपस च बनदी नहीं, इन्हां दी आपस च कदे बननी नहीं। तो देखते हैं कि क्वेश्चन का टोन की है तो आंसर की होना चाहिए। हिस्टोरियंस हैव कम टू एन एग्रीमेंट अबाउट ओरिजिन ऑफ द लॉन्ग मैन ऑफ विल्मिंगटन। कोई लॉन्ग मैन
ਸਟਰੋਂਗ ਕੀਵਰਡ ਆ ਉਧਰ ਮਿਲੇਗਾ। ਉਹਦੇ ਬਾਰੇ ਹਿਸਟੋਰੀਅਨਸ ਦੀ ਆਪਸ 'ਚ ਅਗਰੀਮੈਂਟ ਆ, ਜੇ ਅਗਰ ਇਹਦਾ ਸਿਨੋਨਿਮ ਮਿਲੇਗਾ ਤਾਂ ਟਰੂ, ਲੇਕਿਨ ਚਾਂਸਸ ਆ ਕਿ ਉਹਨਾਂ ਦੀ ਆਪਸ 'ਚ ਬੰਨੀ ਨਹੀਂ। ਕੰਟਰੋਵਰਸ਼ੀਅਲ, ਕੰਟਰੋਵਰਸੀ, ਡਿਸਐਗਰੀਮੈਂਟ ਇੱਦਾਂ ਦਾ ਕੋਈ ਵੀ ਵਰਡ ਆ ਜਾਏਗਾ ਤਾਂ ਸਾਡਾ ਆਨਸਰ ਫਾਲਸ ਹੋ ਜਾਏਗਾ। ਆਓ ਦੇਖਦੇ ਹਾਂ। ਜਿਵੇਂ ਆਪਾਂ ਇਸ ਇਨਫੋਰਮੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਲੌਂਗਮੈਨ ਵਾਲੀ ਸਟੇਟਮੈਂਟ ਪੜ੍ਹਦੇ ਹਾਂ, ਮੋਰ ਕੰਟਰੋਵਰਸ਼ੀਅਲ ਇਜ਼ ਦ ਡੇਟ ਆਫ ਐਨਿਗਮੈਟਿਕ ਲੌਂਗਮੈਨ ਵਾਈਲ ਮੈਨੀ ਹਿਸਟੋਰੀਅਨਸ ਆਰ ਕਨਵਿੰਸਡ ਅਦਰਸ ਬਲੀਵ ਡੈਸ਼। ਪਹਿਲਾਂ ਹੀ ਉਹਨੇ ਕੰਟਰੋਵਰਸ਼ੀਅਲ ਕਹਿਤਾ, ਨਾਲ ਹੀ ਕਹਿਤਾ ਮੈਨੀ ਬਲੀਵਸ ਅਦਰਸ ਸੇ ਦੈਟ। ਜਿਵੇਂ ਆਪਣਾ ਕੁਐਸਚਨ ਨਹੀਂ ਆਉਂਦਾ ਰਾਈਟਿੰਗ ਟਾਸਕ ਦੇ ਵਿੱਚ, ਸਮ ਪੀਪਲ ਥਿੰਕ ਦੈਟ ਅਦਰਸ ਬਲੀਵ ਦੈਟ, ਤੇ ਇੱਥੇ ਕੰਟਰੋਵਰਸੀ ਤਾਂ ਆਪਣੀ ਹੋ ਗਈ ਤੇ ਸਾਡਾ ਆਨਸਰ ਕੀ ਬਣ ਗਿਆ ਇਸ ਹਿਸਾਬ ਨਾਲ? ਫਾਲਸ। Fifth, geoglyphs were created by people placing white chalk on the hillside. ਕਿਵੇਂ ਬਣਾਏ ਜਾਂਦੇ ਸੀ? ਕਹਿੰਦਾ ਇਹਨਾਂ ਫਿਗਰਸ ਨੂੰ ਕਿੱਦਾਂ ਬਣਾਉਂਦੇ ਸੀਗੇ ਕਿ ਉਹ ਹਿਲ ਸਾਈਡ ਜਿਹੜੀ ਸਾਨੂੰ ਪਹਾੜ ਦਾ ਸਾਈਡ ਨਜ਼ਰ ਆਉਂਦੀ ਆ ਉਹਦੇ ਉੱਪਰ ਉਹ ਚੌਕ ਰੱਖਦੇ ਸੀ। ਸੋ ਚੌਕ ਰੱਖਣ ਦੇ ਨਾਲ ਉਹ ਡਿਜ਼ਾਈਨ ਬਣਦੇ ਸੀ। ਆਪਾਂ ਨੂੰ ਦੇਖਣਾ ਪਏਗਾ ਕਿਵੇਂ। ਜ਼ਿਆਦਾਤਰ ਇਦਾਂ ਦੇ ਕੁਐਸਚਨਸ ਦੇ ਵੀ ਆਨਸਰ ਫਾਲਸ ਹੁੰਦੇ ਨੇ ਕਿਉਂਕਿ ਉਹ ਰੀਜ਼ਨ ਬੇਸਡ ਹੈ। ਉਹ ਕਹਿੰਦਾ ਵੀ ਆਹ ਕਰਕੇ ਇਦਾਂ ਹੁੰਦਾ ਸੀਗਾ, ਸ਼ਾਇਦ ਉਧਰ ਜਦੋਂ ਅਸੀਂ ਪੜ੍ਹਨ ਜਾਵਾਂਗੇ ਤੇ ਪਤਾ ਚੱਲੇਗਾ ਕੁਝ ਹੋਰ ਕਰਨ ਦੇ ਨਾਲ ਇਦਾਂ ਹੁੰਦਾ ਸੀਗਾ। ਦੇਖਦੇ ਹਾਂ। ਚੌਕ ਸਾਡੇ ਲਈ ਬਹੁਤ ਸਟਰੋਂਗ ਕੀਵਰਡ ਹੋ ਗਿਆ, ਆਪਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਗਲਾ ਕੁਐਸਚਨ ਅਗਲੇ ਪੈਰਾਗ੍ਰਾਫ 'ਚ ਮਿਲ ਜਾਣਾ ਚਾਹੀਦਾ। ਪਹਿਲੀ ਲਾਈਨ ਦੇ ਵਿੱਚ ਫੇਰ ਸਾਨੂੰ ਨਜ਼ਰ ਆ ਗਿਆ, ਕਹਿੰਦਾ the method of cutting these huge figures was simply to remove the overlying grass to reveal the gleaming white chalk below। ਇਹਦਾ ਮਤਲਬ ਉਹ ਪੱਥਰ ਜਿਹੜੇ ਸੀਗੇ, ਪਹਾੜ ਸੀਗੇ, ਜਿਹੜੇ ਚੌਕ ਦੇ ਪਹਾੜ ਹੋਣਗੇ ਜਿਵੇਂ ਚੂਨੇ ਦੇ ਕਹਿ ਦਿੰਦੇ ਆਪਾਂ, ਉੱਪਰੋਂ ਉਹਨੂੰ ਜਿਵੇਂ ਗ੍ਰਾਸ ਨੂੰ ਸਾਫ਼ ਕਰਦੇ ਸੀ, ਥੱਲੋਂ ਉਹਦਾ ਗ੍ਰਾਸ ਦੇ ਦੂਰ ਹੋਣ ਦੇ ਨਾਲ ਵਾਈਟ ਪਾਰਟ ਅਪੀਅਰ ਹੋਣਾ ਸ਼ੁਰੂ ਹੋ ਜਾਂਦਾ ਸੀਗਾ। ਲੇਕਿਨ ਕੁਐਸਚਨ ਨੇ ਸਾਨੂੰ ਕੀ ਕਿਹਾ ਸੀਗਾ ਕਿ ਉਹ ਬਣਾਉਣ ਦੇ ਲਈ ਕੀ ਕਰਦੇ ਸੀਗੇ? ਚੌਕ ਉੱਥੇ ਰੱਖਦੇ ਸੀਗੇ। ਸੋ ਦੋਨੋਂ ਗੱਲਾਂ ਆਪਸ 'ਚ ਕੰਟਰਾਡਿਕਟ ਕਰ ਗਈਆਂ। ਆਨਸਰ ਕੀ ਬਣ ਗਿਆ ਮੇਰੇ ਵੀਰੋ? ਫਾਲਸ। ਅਗਲਾ, many geoglyphs in England are no longer visible। ਕਹਿੰਦਾ ਬਹੁਤ ਸਾਰੇ ਨੇ ਜਿਹੜੇ ਹੁਣ ਨਜ਼ਰ ਨਹੀਂ ਆਉਂਦੇ। no longer, many ਕਹਿੰਦਾ ਮਤਲਬ ਥੋੜੇ ਬਹੁਤ ਹਜੇ ਵੀ ਨਜ਼ਰ ਆਉਂਦੇ ਹੋਣਗੇ ਬਟ ਜ਼ਿਆਦਾਤਰ ਹੁਣ ਇੱਥੇ ਨਜ਼ਰ ਨਹੀਂ ਆਉਂਦੇ। ਆਪਾਂ ਇਹਨਾਂ ਦੇ ਡਿਸਅਪੀਅਰ ਹੋਣ ਨਾਲ ਕੋਈ ਰਿਲੇਟਡ ਇਨਫੋਰਮੇਸ਼ਨ ਲੱਭਣ ਕੋਸ਼ਿਸ਼ ਕਰਦੇ ਹਾਂ। ਇਨਫੈਕਟ ਉਹੀ ਸੇਮ ਹੀ ਲਿਖਿਆ ਆ ਗਿਆ, one reason the vast majority of hill figures have disappeared is that। ਆਪਾਂ ਨੂੰ ਰੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਕਿਉਂ ਹੋਏ ਕਿਉਂ ਨਹੀਂ ਹੋਏ, ਮੈਨੂੰ ਤਾਂ ਸਿਰਫ ਇੰਨਾ ਲੈਣਾ ਦੇਣਾ ਕਿ ਅੱਜ ਉਹ ਨਜ਼ਰ ਨਹੀਂ ਆਉਂਦੇ। ਇਹਨੇ ਟੈਂਸ ਯੂਜ਼ ਕੀਤਾ have disappeared, present perfect tense ਹੈ, ਮਤਲਬ ਇਹ ਕੰਮ ਹੁਣ ਨਹੀਂ ਹੁੰਦਾ ਹੈ, ਇਹ ਕੰਮ ਹੋ ਚੁੱਕਾ ਹੈ। ਇੱਧਰ ਵੀ ਉਹਨੇ ਕਿਹਾ ਲੋ ਲੌਂਗਰ ਨਜ਼ਰ ਨਹੀਂ ਆਉਂਦੇ, ਉਧਰ ਉਹ ਕਹਿੰਦਾ ਕਿ ਮੋਸਟ ਜਿਹੜੇ ਹੈਗੇ ਨੇ ਡਿਸਅਪੀਅਰ ਹੋ ਚੁੱਕੇ ਨੇ। ਦੋਨੋਂ ਗੱਲਾਂ ਮੈਚ ਕਰ ਗਈਆਂ ਨੇ। ਆਨਸਰ ਕੀ ਲਗਾ ਦਈਏ? ਟਰੂ। ਤੁਸੀਂ ਵੀ ਨਾਲ ਦੇ ਨਾਲ ਐਕਸਰਸਾਈਜ਼ ਕਰਦੇ ਰਹੋ। ਮੇਰੇ ਬੋਲਣ ਤੋਂ ਪਹਿਲਾਂ ਕੀਵਰਡਸ ਨੂੰ ਹਿੱਟ ਕਰਕੇ ਆਪਣਾ ਆਨਸਰ ਲਗਾਉਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਆਨਸਰ ਦੇਣ ਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਤਾਂ ਵੀਡੀਓ ਨੂੰ ਥੋੜੀ ਦੇਰ ਲਈ ਪੌਜ਼ ਕਰ ਲਓ, ਮੇਰੇ ਐਕਸਪਲੇਨੇਸ਼ਨ ਤੋਂ ਪਹਿਲੇ ਆਪਣਾ ਆਨਸਰ ਜਸਟੀਫਾਈ ਕਰ ਲਓ। The shape of some geoglyphs has been altered over time। ਹੁਣ ਦੇਖੋ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਹੈ, ਲੌਜੀਕਲੀ ਦਾ ਆਨਸਰ ਟਰੂ ਹੋਣਾ ਚਾਹੀਦਾ। ਇਹਨਾਂ ਦੀ ਵੀ ਕਹਿੰਦਾ ਸ਼ੇਪ ਹੈ ਜਿਹੜੀ ਟਾਈਮ ਦੇ ਨਾਲ ਬਦਲੀ ਹੈ। ਆਓ ਦੇਖਦੇ ਹਾਂ ਸਮੇਂ ਦੇ ਨਾਲ ਇਹਦੇ ਬਦਲਾਵ ਦੀ ਕੀ ਗੱਲ ਕੀਤੀ ਹੈ ਉਹਨੇ। Furthermore, overcutting in exactly the same place, thus creating a different shape to the original geoglyph over the 100 of years। the outline ਬਿਲਕੁਲ same line ਮਿਲ ਗਈ ਆਪਾਂ ਨੂੰ ਅਗਲੇ ਹੀ full stop ਤੋਂ ਬਾਅਦ ਕਿ over the 100 of years ਉਹਨੇ ਕਹਤਾ over the time। ਇੱਧਰ ਉਹਨੇ ਕਹਤਾ ਬਦਲਾਵ, ਇੱਧਰ ਵੀ ਉਹਨੇ ਕਹਤਾ change। ਉਹ ਕਹਿੰਦਾ ਉਹਨਾਂ ਦੀ ਸ਼ੇਪ ਬਦਲੀ ਹੈ, ਇੱਧਰ ਵੀ ਕਹਤਾ creating different shape of the original, ਮਤਲਬ original ਤੋਂ ਉਹਨਾਂ ਦੀ ਸ਼ੇਪ ਡਿਫਰੈਂਟ ਹੋ ਗਈ ਆ। ਤਾਂ ਆਨਸਰ ਕੀ ਬਣ ਗਿਆ ਸਾਡਾ? ਟਰੂ। ਅਸੀਂ ਗੱਲ ਕਰ ਰਹੇ ਹਾਂ ਘੋੜਿਆਂ ਦੀ ਤੇ ਬਾਹਰ ਕੁੱਤਿਆਂ ਨੇ ਪਤਾ ਨਹੀਂ ਕਿਉਂ ਭੌਂਕਣਾ ਸ਼ੁਰੂ ਕਰਤਾ। ਚਲੋ ਉਹਨਾਂ ਦੀ ਮਰਜ਼ੀ ਆ ਭਾਈ, ਜ਼ਿਆਦਾ ਡਿਸਟਰਬ ਨਾ ਕਰੋ, ਸਾਡੀ ਅੰਦਰ ਰੀਡਿੰਗ ਚੱਲ ਰਹੀ ਆ। ਤੇ ਅਗਲਾ ਆਪਾਂ ਜੇ ਕਰ ਲਈਏ, the fame of the Uffington white horse is due to its size। ਹੁਣ ਉਹ ਕਹਿੰਦਾ ਵੀ ਇਹ ਜਿਹੜਾ Uffington ਕਰਕੇ ਬੜਾ ਮਸ਼ਹੂਰ ਹੈ ਨਾ, ਮੇਰੇ ਖਿਆਲ ਆਪਣੇ ਰੀਡਿੰਗ ਦਾ ਹੈਡਿੰਗ ਹੀ ਇਹੀ ਸੀ, ਬਿਲਕੁਲ ਇਹੀ ਆ। ਕਹਿੰਦਾ ਇਹਦੀ ਜਿਹੜੀ ਸ਼ਾਨ ਆ, ਜਿਹੜੀ ਇਹਦੀ ਮਸ਼ਹੂਰੀ, ਇਹਦੀ ਪਪੂਲੈਰਿਟੀ ਆ, ਉਹ ਇਹਦੇ ਸਾਈਜ਼ ਕਰਕੇ ਆ। ਦੇਖਦੇ ਆ ਅਗਲੀ ਲਾਈਨ 'ਚ ਫਿਰ ਸ਼ੁਰੂਆਤ ਹੋ ਜਾਂਦੀ ਹੈ। ਹਾਰਸ ਇਜ਼ ਯੂਨੀਕ, ਬੜਾ ਵੱਖਰਾ ਹੈ। Stylized representation of a horse consisting of a leg, sleek back, thin disjoint legs, a streaming tail, a bird-like beaked head. The elegant creature also melt into landscape।
ਬਸ ਉਹਦੇ ਫਿਰ 2 ਕਿਲੋਮੀਟਰ 5 ਤੇ ਸਿਚੁਏਟਡ ਆ ਤੇ ਫੁੱਲ ਸਟਾਪ ਕਰਕੇ ਇਹਨੇ ਸੈਂਟੈਂਸ ਖਤਮ ਕਰਤਾ। ਨਾ ਤਾਂ ਮੈਨੂੰ ਇਹਦੇ ਫੇਮ ਦਾ ਪਤਾ ਲੱਗਾ ਤੇ ਨਾ ਹੀ ਮੈਨੂੰ ਇਹਦੇ ਸਾਈਜ਼ ਦੀ ਕਲੈਰਿਟੀ ਹੋਈ। ਸੋ ਸਿੰਸ ਇਨਫੋਰਮੇਸ਼ਨ ਇਜ਼ ਨਾਟ ਅਵੇਲੇਬਲ ਫॉर ਮੀ, ਇਹਦਾ ਆਨਸਰ 100% ਕੀ ਹੋਏਗਾ? ਜੀ ਹਾਂ, ਨਾਟ ਗਿਵਨ। ਜੇ ਅਗਰ ਤੁਸੀਂ ਵੀ ਨਾਟ ਗਿਵਨ ਲਗਾਇਆ ਤਾਂ ਬਿਲਕੁਲ ਸਹੀ ਹੈ। ਆਓ ਮੂਵ ਔਨ ਕਰਦੇ ਹਾਂ ਆਪਾਂ ਅਗਲੇ ਪੈਸੇਜ ਦੇ ਉੱਪਰ, ਜਿਹਦੇ ਵਿੱਚ ਅਸੀਂ ਹੁਣ ਹੋਰ ਟਰੂ ਫਾਲਸ ਨਾਟ ਗਿਵਨ। ਆਇਲਸ ਰੀਡਿੰਗ ਇੱਕ ਬਹੁਤ ਵੱਡੀ ਪਰੇਸ਼ਾਨੀ ਆ, ਤਾਂ ਕਿਉਂ ਨਾ ਆਪਾਂ ਇਸ ਪਰੇਸ਼ਾਨੀ ਨੂੰ ਦੂਰ ਕਰੀਏ। ਕਦੋਂ ਤੱਕ 5.5 ਲੈਂਦੇ ਰਵਾਂਗੇ ਤੇ 6 ਦੇ ਟਾਰਗੇਟ ਦਾ ਸੁਪਨਾ ਰੱਖਾਂਗੇ। ਆਓ ਸੁਪਨਾ ਹੀ ਵੱਡਾ ਕਰ ਲਈਏ, 6.5 7 ਦਾ ਘੱਟੋ ਘੱਟ ਵੀ, ਤੇ ਉਹਨੂੰ ਪੂਰਾ ਵੀ ਕਰੀਏ। ਤੇ ਉਹ ਪੂਰਾ ਹੋਊਗਾ ਮੇਰੇ ਨਾਲ। ਰਮਨ ਆਇਲਸ ਕੋਚਿੰਗ ਮੇਰਾ ਚੈਨਲ ਤੁਸੀਂ ਬਹੁਤ ਦੇਰ ਤੋਂ ਫੋਲੋ ਕਰ ਰਹੇ ਹੋ। ਤੁਹਾਡੇ ਲਈ ਇਹ ਪੰਜਾਬੀ ਚੈਨਲ ਆਪਾਂ ਨਵਾਂ ਸ਼ੁਰੂ ਕੀਤਾ, ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਕਿ ਮੇਰੀ ਐਪਲੀਕੇਸ਼ਨ ਵੀ ਹੈ ਆਇਲਸ ਕੋਚਿੰਗ, ਜਿਹਦੇ ਉੱਪਰ ਅਸੀਂ ਬਹੁਤ ਸਾਰੇ ਪੇਡ ਕੋਰਸਿਸ ਵੀ ਰਨ ਕਰਦੇ ਹਾਂ। ਉੱਥੇ ਜੇ ਤੁਸੀਂ ਮੇਰਾ ਇੱਕ ਸਿਰਫ ਇਹ ਆਇਲਸ ਰੀਡਿੰਗ ਬੈਂਡ 9 ਸਕਸੈਸ ਪ੍ਰੋਗਰਾਮ ਚੈੱਕ ਕਰੋਗੇ ਤਾਂ ਤੁਹਾਨੂੰ ਮਜ਼ਾ ਹੀ ਆ ਜਾਏਗਾ। ਤੁਹਾਨੂੰ ਇਦਾਂ ਰੀਡਿੰਗ ਕਦੇ ਕਿਸੇ ਨੇ ਨਹੀਂ ਕਰਾਈ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ। ਓਨਲੀ 999 ਇਸ ਪ੍ਰੋਗਰਾਮ ਨੂੰ ਅਸੀਂ ਇੰਨਾ ਕੁ ਕਾਸਟ ਫ੍ਰੈਂਡਲੀ ਬਣਾਇਆ ਕਿ ਸਟੂਡੈਂਟਸ ਨੂੰ 2 ਵਾਰ ਸੋਚਣਾ ਨਾ ਪਵੇ ਲੈਣ ਤੋਂ ਪਹਿਲੇ। ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਆਇਲਸ ਕੋਚਿੰਗ ਐਪਲੀਕੇਸ਼ਨ ਹੁਣੇ ਡਾਊਨਲੋਡ ਕਰੋ। ਐਪਲ ਫੋਨ ਰੱਖਦੇ ਹੋ ਪੰਜਾਬੀਓ, ਬੜੇ ਸਾਰੇ ਐਪਲ ਫੋਨ ਦੇ دیਵਾਨੇ ਨੇ। ਡਾਊਨਲੋਡ ਕਰ ਲਿਓ ਮਾਈ ਇੰਸਟੀਚਿਊਟ ਤੇ ਇੱਕ ਕੋਡ ਤੁਹਾਨੂੰ ਜਿਹੜਾ ਐਂਟਰ ਕਰਨਾ ਹੋਵੇਗਾ IELTS, ਤੇ ਇਸ ਤੋਂ ਬਾਅਦ ਤੁਹਾਨੂੰ ਮੇਰੇ ਕਈ ਸਾਰੇ ਪੇਡ ਪ੍ਰੋਗਰਾਮਸ ਨਜ਼ਰ ਆਣਗੇ। ਉਹਨਾਂ ਵਿੱਚੋਂ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਾਏ ਕਰ ਲੈਣਾ। ਡੇਜ਼ ਦੇ ਕੰਟੈਂਟਸ ਕੁਝ ਅਸੀਂ ਤੁਹਾਡੇ ਲਈ ਫ੍ਰੀ ਰੱਖੇ ਨੇ, ਇੱਕ ਵਾਰੀ ਇਹਨਾਂ ਨੂੰ ਜ਼ਰੂਰ ਚੈੱਕ ਕਰਿਓ। ਅਪਡੇਟਸ, ਲੇਟੈਸਟ ਅਪਡੇਟਸ ਇਹਨਾਂ ਦੇ ਵਿੱਚ ਫ੍ਰੀ ਆਫ ਕਾਸਟ ਆਉਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਇਹਨੂੰ ਟੋਟਲੀ ਚੇਂਜ ਕਰਨ ਜਾ ਰਹੇ ਹਾਂ ਤੇ ਬਿਲਕੁਲ ਲੇਟੈਸਟ ਐਗਜ਼ਾਮ ਕੰਟੈਂਟ ਹੈ ਜਿਹੜਾ ਹੋਰ ਵੀ ਜ਼ਿਆਦਾ ਇਹਦੇ ਵਿੱਚ ਪਾਵਾਂਗੇ ਤੇ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਰਹੇਗਾ। ਇੱਕ ਵਾਰ ਇਸ ਪ੍ਰੋਗਰਾਮ ਨੂੰ ਤੁਸੀਂ ਐਪ ਡਾਊਨਲੋਡ ਕਰਕੇ ਚੈੱਕ ਜ਼ਰੂਰ ਕਰੋ।